हाँ जी स्टूडेंट्स, ਜਿਹੜਾ ਆਪਾਂ ਨੈਕਸਟ ਚੈਪਟਰ ਨੰਬਰ 5 ਸਟੱਡੀ ਕਰਨ ਜਾ ਰਹੇ ਹਾਂ ਦੈਟ ਇਜ਼ ਰਿਗਾਰਡਿੰਗ ਇੰਸਟਰੂਮੈਂਟੇਸ਼ਨ ਦੇ ਵਿੱਚ ਕੀ ਆ ਇੰਡਸਟਰੀਅਲ ਇੰਪਲੀਮੈਂਟੇਸ਼ਨ ਆ ਇੰਸਟਰੂਮੈਂਟਸ ਦੀ। ਜਿਹੜੇ ਵੀ ਇੰਸਟਰੂਮੈਂਟ ਆਪਾਂ ਪ੍ਰੀਵੀਅਸਲੀ ਸਟੱਡੀ ਕੀਤੇ ਆ ਜਾਂ ਇਸ ਚੈਪਟਰ ਦੇ ਵਿੱਚ ਸਟੱਡੀ ਕਰਨੇ ਆ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਆਪਾਂ ਕਿਸ ਤਰ੍ਹਾਂ ਯੂਜ਼ ਕਰਨਾ। ਜਦੋਂ ਇੰਸਟਰੂਮੈਂਟੇਸ਼ਨ ਦੀ ਗੱਲ ਕਰਨੀ ਆ ਸਾਰਿਆਂ ਨਾਲੋਂ ਪਹਿਲਾਂ ਜਿਹੜੇ ਇੰਪੋਰਟੈਂਟ ਟੌਪਿਕ ਆ ਜਾਂ ਇੰਪੋਰਟੈਂਟ ਪੁਆਇੰਟ ਆ ਸਟੱਡੀ ਕਰਨ ਵਾਲਾ ਉਹ ਹੈਗਾ ਟਰਾਂਸਡਿਊਸਰ। ਉਹ ਡਿਵਾਈਸਿਸ ਨੇ ਜਿਹੜੀਆਂ ਇੱਕ ਫਾਰਮ ਆਫ ਐਨਰਜੀ ਨੂੰ ਕਨਵਰਟ ਕਰਦੀਆਂ ਨੇ ਦੂਸਰੀ ਫਾਰਮ ਦੇ ਵਿੱਚ, ਠੀਕ ਹੈ। ਅਤੇ ਇੱਕ ਫਾਰਮ ਕਿਵੇਂ, ਜਿਵੇਂ ਮਕੈਨੀਕਲ ਨੂੰ ਇਲੈਕਟ੍ਰੀਕਲ ਦੇ ਵਿੱਚ ਕਨਵਰਟ ਕਰਨਾ ਜੋ ਆਪਾਂ ਇਸ ਚੈਪਟਰ ਦੇ ਵਿੱਚ ਕਰਾਂਗੇ, ਜਾਂ ਹੋਰ ਇੱਕ ਐਨਰਜੀ ਨੂੰ ਦੂਸਰੀ ਐਨਰਜੀ ਦੇ ਵਿੱਚ ਕਨਵਰਟ ਕਰਨਾ, ਉਹਨੂੰ ਆਪਾਂ ਕਹਿੰਦੇ ਹਾਂ ਟਰਾਂਸਡਿਊਸਰ, ਠੀਕ ਹੈ। ਹੁਣ ਫਸਟ ਟੌਪਿਕ ਜਿਹੜਾ ਸਟੱਡੀ ਕਰਨਾ ਦੈਟ ਇਜ਼ ਮੈਜ਼ਰਮੈਂਟ ਆਫ ਡਿਸਪਲੇਸਮੈਂਟ ਕੀ ਆ, ਡਿਸਟੈਂਸ ਆ ਬਟ ਇਨ ਪਰਟੀਕੂਲਰ ਡਾਇਰੈਕਸ਼ਨ। ਜਦੋਂ ਆਪਾਂ ਡਿਸਟੈਂਸ ਨੂੰ ਕਿਸੇ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਦੇਖਾਂਗੇ ਉਹਨੂੰ ਕਹਾਂਗੇ ਆਪਾਂ ਡਿਸਪਲੇਸਮੈਂਟ। ਐਜ਼ ਇਟ ਇਜ਼ ਦੀ ਡਿਫਰੈਂਸ ਹੁੰਦਾ ਸਪੀਡ ਅਤੇ ਵੈਲੋਸਿਟੀ ਦੇ ਵਿੱਚ। ਜਿਹੜੀ ਸਪੀਡ ਆ ਉਹ ਇੱਕ ਮੈਗਨੀਟਿਊਡ ਆ 10 ਕਿਲੋਮੀਟਰ ਪਰ ਆਰ ਜਾਂ 10 ਮੀਟਰ ਪਰ ਆਰ, ਬਟ ਉਹਨੂੰ ਇੱਕ ਪਰਟੀਕੂਲਰ ਡਾਇਰੈਕਸ਼ਨ 'ਚ ਦੇਖਾਂਗੇ ਤਾਂ ਉਹਨੂੰ ਕਹਾਂਗੇ ਵੈਲੋਸਿਟੀ। ਹੁਣ ਡਿਸਪਲੇਸਮੈਂਟ ਨੂੰ ਮੈਜ਼ਰ ਕਰਨ ਦੇ ਲਈ ਆਪਣੇ ਕੋਲੇ 3 ਤਰ੍ਹਾਂ ਦੇ ਟਰਾਂਸਡਿਊਸਰ ਨੇ। ਫਸਟ ਇਜ਼ ਵੇਰੀਏਬਲ ਰੈਜ਼ਿਸਟੈਂਸ ਟਰਾਂਸਡਿਊਸਰ, ਦੂਸਰੇ ਹੈਗੇ ਵੇਰੀਏਬਲ ਇੰਡਕਟੈਂਸ ਟਰਾਂਸਡਿਊਸਰਸ, ਥਰਡ ਇਜ਼ ਵੇਰੀਏਬਲ ਕਪੈਸਿਟੈਂਸ ਟਰਾਂਸਡਿਊਸਰ। ਹੁਣ 3 ਤਰ੍ਹਾਂ ਦੇ ਅਲੱਗ-ਅਲੱਗ ਪ੍ਰਿੰਸੀਪਲ ਆ ਗਏ। ਪਹਿਲੇ ਦੇ ਵਿੱਚ ਰੈਜ਼ਿਸਟੈਂਸ ਨੂੰ ਯੂਜ਼ ਕਰਾਂਗੇ, ਸੈਕਿੰਡ ਦੇ ਵਿੱਚ ਇੰਡਕਟੈਂਸ ਐਂਡ ਥਰਡ ਦੇ ਵਿੱਚ ਕਪੈਸਿਟੈਂਸ। ਹੁਣ ਫਸਟ ਜਿਹੜੀ ਆਪਣੇ ਕੋਲੇ ਟਾਈਪ ਹੈਗੀ ਆ ਵੇਰੀਏਬਲ ਰੈਜ਼ਿਸਟੈਂਸ ਟਰਾਂਸਡਿਊਸਰ। ਇਹਦੇ ਵਿੱਚ ਆਪਣੇ ਕੋਲੇ 2 ਟਾਈਪਸ ਆ ਗਈਆਂ, ਵਨ ਇਜ਼ ਲੀਨੀਅਰ ਡਿਸਪਲੇਸਮੈਂਟ ਟਾਈਪ, ਸੈਕਿੰਡ ਇਜ਼ ਐਂਗੂਲਰ ਡਿਸਪਲੇਸਮੈਂਟ ਟਾਈਪ। ਹੁਣ ਜਿਹੜੀ ਵੇਰੀਏਬਲ ਰੈਜ਼ਿਸਟੈਂਸ ਟਰਾਂਸਡਿਊਸਰ ਆ ਇਹਦੇ ਵਿੱਚ ਆਪਣੇ ਕੋਲੇ ਜਿਵੇਂ ਆ ਗਿਆ ਲੀਨੀਅਰ ਡਿਸਪਲੇਸਮੈਂਟ ਵਾਲੀ ਫਸਟ ਟਾਈਪ। ਇਹਦੇ ਵਿੱਚ ਵੀ ਕੀ ਆ ਆਪਣੇ ਕੋਲੇ, ਲੈਟ ਬੀ ਸਪੋਜ਼ ਜਿੱਥੇ ਆਹ ਮੋਸ਼ਨ ਕਰਕੇ ਲਿਖਿਆ ਹੋਇਆ ਇਹ ਆਪਣੇ ਕੋਲੇ ਕੋਈ ਵੀ, ਲੈਟ ਬੀ ਸਪੋਜ਼ ਟੇਕ ਦਾ ਕੇਸ ਆਫ ਆਪਣੇ ਕੋਲ ਲੇਥ ਮਸ਼ੀਨ ਆ, ਲੇਥ ਮਸ਼ੀਨ ਦੀ ਲੇਥ ਮਸ਼ੀਨ ਦੀ ਟੇਲ ਸਟੋਕ ਆ, ਉਹਦੀ ਆਪਾਂ ਮੂਵਮੈਂਟ ਨੂੰ ਰਿਲੇਟ ਕਰਨਾ ਵੀ ਉਹਦੀ ਮੂਵਮੈਂਟ ਕਿੱਥੇ ਹੋ ਰਹੀ ਆ। ਮੀਨਿੰਗ ਕੀ ਆ, ਇੰਸਟਰੂਮੈਂਟੇਸ਼ਨ ਦਾ ਇੰਡਸਟਰੀਅਲ ਇੰਪਲੀਮੈਂਟੇਸ਼ਨ ਕੀ ਆ, ਆਪਾਂ ਕਿਸੇ ਵੀ ਚੀਜ਼ ਨੂੰ ਰਿਕਾਰਡ ਕਰ ਸਕਦੇ ਹਾਂ। ਜਿਵੇਂ ਇਨ ਦਾ ਕੇਸ ਆਫ CNC ਆਪਣੀ ਜਿਹੜੀ ਆ ਟੇਲ ਸਟੋਕ ਕਿੱਥੇ ਜਾ ਰਹੀ ਆ, ਉਹਦਾ ਜਿਹੜੀ ਸੈਟਲ ਕਿੱਥੇ ਮੂਵ ਕਰ ਰਹੀ ਆ, ਟੂਲ ਦੀ ਪੋਜੀਸ਼ਨ ਕੀ ਆ, ਇਹੀ ਸਾਰੀਆਂ ਚੀਜ਼ਾਂ ਨੂੰ ਟਰੈਕ ਕਰਨ ਦੇ ਲਈ ਆਪਾਂ ਇੰਸਟਰੂਮੈਂਟੇਸ਼ਨ ਨੂੰ ਇੰਡਸਟਰੀ ਦੇ ਵਿੱਚ ਲੈ ਕੇ ਆਏ ਹਾਂ। ਮਕੈਨੀਕਲ ਦੇ ਨਾਲ ਇਲੈਕਟ੍ਰੀਕਲ ਨੂੰ ਮਿਕਸ ਕਰਕੇ ਆਪਾਂ ਯੂਜ਼ ਕਰਦੇ ਹਾਂ। ਜਿਹੜੀ ਹੁਣ ਆਪਣੇ ਕੋਲੇ ਫਸਟ ਟਾਈਪ ਆ ਗਈ ਲੀਨੀਅਰ ਡਿਸਪਲੇਸਮੈਂਟ ਦੇ ਵਿੱਚ ਵੇਰੀਏਬਲ ਰੈਜ਼ਿਸਟੈਂਸ ਟਰਾਂਸਡਿਊਸਰ। ਇਹਦੇ ਵਿੱਚ ਕੀ ਆ, ਜਿਹੜੀ ਮੋਸ਼ਨ ਵਾਲੀ ਆਰਮ ਆ ਲੈਟ ਬੀ ਸਪੋਜ਼ ਇਹਦੇ ਨਾਲ ਕੀ ਆਪਾਂ ਅੱਗੇ ਆਪਣੀ ਟੇਲ ਸਟੋਕ ਲਾਈ ਹੋਈ ਆ, ਜਦੋਂ ਟੇਲ ਸਟੋਕ ਮੂਵ ਕਰੂਗੀ ਉਹਦੇ ਨਾਲ ਕੀ ਆ, ਜਿਹੜਾ ਸਲਾਈਡਰ ਵਾਲਾ ਪੋਰਸ਼ਨ ਆ ਇਹ ਮੂਵ ਕਰੂਗਾ। ਜਿਹੜਾ ਇਹ ਸਲਾਈਡਰ ਵਾਲਾ ਪੋਰਸ਼ਨ ਆ ਇਹ ਕਿਤੇ ਲੱਗਿਆ ਹੋਇਆ, ਇੱਕ ਰੈਜ਼ਿਸਟੈਂਸ ਐਲੀਮੈਂਟ 'ਤੇ ਲੱਗਿਆ ਹੋਇਆ। ਜਿਵੇਂ ਤੁਸੀਂ ਫਸਟ ਸਮੈਸਟਰ ਦੇ ਵਿੱਚ ਫਿਜ਼ਿਕਸ ਦੇ ਵਿੱਚ ਐਕਸਪੈਰੀਮੈਂਟ ਕੀਤਾ ਹੋ ਰੀਓਸਟੇਟ ਵਾਲਾ, ਉਹਦੇ ਕੇਸ 'ਚ ਕੀ ਸੀ, ਜਿਵੇਂ ਆਪਣੇ ਕੋਲ ਰੀਓਸਟੇਟ ਦਾ ਮੈਗਨੀਟਿਊਡ ਆ ਇੱਥੇ 0 ਆ, ਠੀਕ ਹੈ, ਅਤੇ ਇੱਥੇ ਕੀ ਆ ਮੈਕਸੀਮਮ ਆ। ਹੁਣ ਤੁਸੀਂ ਦੇਖੋ ਜਿਹੜਾ ਮੈਂ ਪਹਿਲਾ ਪੁਆਇੰਟ ਕਿਹਾ ਇਸ ਪੁਆਇੰਟ 'ਤੇ ਮੈਗਨੀਟਿਊਡ ਕੀ ਆ 0 ਆ, ਅਤੇ ਇਸ ਪੁਆਇੰਟ 'ਤੇ ਮੈਗਨੀਟਿਊਡ ਕੀ ਆ ਮੈਕਸੀਮਮ ਆ। ਜਦੋਂ ਹੁਣ ਆਪਣੇ ਕੋਲੇ ਆ ਪਾਵਰ ਸਪਲਾਈ ਆ, ਠੀਕ ਹੈ, ਇਹ ਕੀ ਆ ਪਾਵਰ ਸਪਲਾਈ ਦਾ ਪੋਜ਼ੀਟਿਵ ਟਰਮੀਨਲ ਆ, ਇਹ ਕੀ ਆ ਨੈਗੇਟਿਵ ਟਰਮੀਨਲ ਆ। ਜਿਵੇਂ ਕਿ ਸਾਨੂੰ ਪਤਾ ਜਿਹੜੇ ਇਲੈਕਟ੍ਰੋਨਸ ਹੁੰਦੇ ਆ ਨੈਗੇਟਿਵਲੀ ਚਾਰਜ ਹੁੰਦੇ ਆ, ਤਾਂ ਨੈਗੇਟਿਵ ਨੂੰ ਨੈਗੇਟਿਵ ਕੀ ਆ ਰਿਪੈਲ ਕਰੂਗਾ। ਜਦੋਂ ਰਿਪੈਲ ਕਰੂਗਾ ਤਾਂ ਆਪਣੇ ਇਲੈਕਟ੍ਰੋਨ ਕੀ ਹੈ ਇੱਥੋਂ 'ਚ ਨਿਕਲ ਕੇ ਇੱਧਰ ਨੂੰ ਫਲੋ ਕਰਨਗੇ। ਫਲੋ ਕਰਨ ਤੋਂ ਬਾਅਦ ਕੀ ਆ ਆਊਟਪੁੱਟ ਕੋਇਲ ਆ ਆਪਣੇ ਕੋਲੇ, ਠੀਕ ਹੈ। ਜਦੋਂ ਫਲੋ ਕਰਨਗੇ ਆ ਕੀ ਆਪਣੇ ਕੋਲੇ ਆਊਟਪੁੱਟ ਵਾਲੀ ਕੋਇਲ ਆ ਗਈ। ਇੱਥੇ ਇੱਕ ਸਾਈਡ ਤੋਂ ਆਊਟਪੁੱਟ ਆ ਗਈ, ਹੁਣ ਦੂਸਰੀ ਸਾਈਡ 'ਤੇ ਕਰੰਟ ਕਿੱਧਰੋਂ ਆਊਗਾ, ਇੱਧਰੋਂ ਫਲੋ ਕਰਕੇ ਇਸ ਤਰ੍ਹਾਂ ਆਊਗਾ। ਦੋਨੇ ਟਰਮੀਨਲ ਪਤਾ ਲੱਗ ਗਏ ਆਊਟਪੁੱਟ ਦੇ, ਇੱਕ ਜਿਹੜਾ ਫਸਟ ਟਰਮੀਨਲ ਸੀ ਬਾਹਰੋਂ ਬਾਹਰ ਆ ਰਿਹਾ, ਦੂਸਰਾ ਟਰਮੀਨਲ ਥਰੂ ਸਲਾਈਡਰ ਦੇ ਆ ਰਿਹਾ। ਹੁਣ ਜਦੋਂ ਸਲਾਈਡਰ 0 ਪੋਜੀਸ਼ਨ 'ਤੇ ਹੋਊਗਾ ਇਹਦਾ ਮਤਲਬ ਕੀ ਹੈ, ਜਿੰਨਾ ਕਰੰਟ ਆ ਰਿਹਾ ਉਹ ਸਾਰਾ ਹੀ ਕੀ ਆ ਆਊਟਪੁੱਟ 'ਤੇ ਆਊਗਾ। ਜਦੋਂ ਸਲਾਈਡਰ 0 ਪੁਆਇੰਟ 'ਤੇ ਹੋਊਗਾ ਉਦੋਂ ਕੀ ਹੈ, ਜਿੰਨਾ ਕਰੰਟ ਬੈਟਰੀ ਲੂਜ਼ ਕਰ ਰਹੀ ਹੈ ਉਹ ਸਾਰਾ ਕਰੰਟ ਕੀ ਆ ਆਊਟਪੁੱਟ 'ਤੇ ਆ ਰਿਹਾ। ਬਟ ਸੈਕਿੰਡਲੀ ਜਦੋਂ ਕਿ ਆਪਣਾ ਸਲਾਈਡਰ ਮੂਵ ਕਰਨਾ ਸਟਾਰਟ ਕਰੂਗਾ, ਲੈਟ ਬੀ ਸਪੋਜ਼ ਹੁਣ ਆਹੀ ਪੋਜੀਸ਼ਨ 'ਤੇ ਆ ਜਿੱਥੇ ਇਹ ਖੜਾ, ਜਦੋਂ ਇਸ ਪੋਜੀਸ਼ਨ 'ਤੇ ਆ ਜਾਊਗਾ ਰੈਜ਼ਿਸਟੈਂਸ ਦੀ ਵੈਲਿਊ ਆ ਗਈ, ਇੰਨੀ ਰੈਜ਼ਿਸਟੈਂਸ ਕਾਊਂਟ ਹੋਊਗੀ, ਠੀਕ ਹੈ। ਇਹ ਰੈਜ਼ਿਸਟੈਂਸ ਨੇ ਕੀ ਕਰਨਾ ਮੈਗਨੀਟਿਊਡ ਦੀ ਵੈਲਿਊ ਨੂੰ ਘਟਾ ਦੇਣਾ।
ठीक है। उस तो बाद नैक्सट वैन द पोजीशन ऑफ स्लाइडर इज़ एट एक्सट्रीम पोजीशन, जदों स्लाइडर की एक्सट्रीम पोजीशन पर आ जाऊगा सारी की सारी रजिस्टेंस काउंट होगी, जो सारी रजिस्टेंस काउंट होगी उहदे नाल की मैगनीट्यूड की वैल्यू होर भी ज़्यादा घट हो जाएगी, ठीक है। इस तरह अपना यह काम करूँगा लीनियर डिसप्लेसमेंट वाला ट्रांसड्यूसर, जिहड़ी अपने को वोल्टेज आउटपुट ते आ जाऊगी, इसे वोल्टेज तो आप रिलेट करके की अगे पोजीशन को ट्रैक करांगे। जिवें इनिशियली अपने को करंट की वैल्यू मैक्सिमम सी, फिर की आ उस तो घट गई मीडियम ते जाके, जदों रजिस्टेंस पूरी हो गई करंट की वैल्यू होर भी घट गई। इहदे नाल रिलेट करके कि आपां पोजीशन ऑफ टेल स्टॉक जिहड़ी भी इत्थे आपां पार्ट नूं अटैच करांगे उहदी पोजीशन नूं की ट्रैक कर सकते हैं। सैकेंड की आ गया अपने को एंगूलर डिसप्लेसमेंट। एंगूलर डिसप्लेसमेंट के केस की अपने को सेम उही वर्किंग प्रिंसीपल आ। दिस इज़ बैटरी, नैगेटिव टर्मिनल, पॉजिटिव टर्मिनल, ठीक है। हुण करंट किस तरह मूव करूगा, इत्थों मूव करके अपने को आ स्लाइडर दे विच आऊगा, स्लाइडर तो की आ सेंटर तो इधर हो जाऊगा, ठीक है। दूसरा एंड किहड़ा वा, इत्थों जी आके सीधा करंट की आ आउटपुट वोल्टेज, सॉरी सीधा करंट आके इस पॉइंट तो नहीं, इत्थों ही की आउटपुट वोल्टेज में जाऊगा, ठीक है। हुण जिवें जिवें अपनी की स्लाइडर की पोजीशन इंक्रीज होती जाऊगी, जिवें अपने को फर्स्टली अपने को 0 पॉइंट आह, ठीक है। जिमें जिमें कि अपने स्लाइडर की पोजीशन चेंज होती जाऊगी, रजिस्टेंस बढ़ती जाऊगी तो मैगनीट्यूड घटता जाऊगा। तो इस तरह की आप एंगूलर डिसप्लेसमेंट को ट्रैक कर सकते हैं विद द हेल्प ऑफ दिस वेरीएबल रजिस्टेंस ट्रांसड्यूसर। तो इस तो बाद नैक्सट जी टाइप है कि वेरीएबल इंडक्टेंस ट्रांसड्यूसर। इंडक्टेंस का केस की है, ये रिलेट करती है इंडक्टेंस डायरैक्टली EMF के नाल। EMF की होंदी इलैक्ट्रोमोटिव फोर्स, जिहड़ी की आ जिवें आपां नूं पता एक अपने को इलैक्ट्रोमैगनेट हुंदा, उहदे विच आर्मेचर लग्या हुंदा। जदों आर्मेचर इलैक्ट्रोमैगनेट रोटेट करदा उहदे नाल की आ इलैक्ट्रोमैगनेट दे विच ऑटोमैटिकली करंट प्रोड्यूस हुंदा, जां फिर अपना जिहड़ा इलैक्ट्रोमैगनेट आ उहदे विच करंट आवे उहदे नाल की आ अपने आप आर्मेचर रोटेट करदा, जिवें मोटर ते जनरेटर ते केस दे विच हुंदा। उही प्रिंसीपल की उहदे आपां यूज़ करांगे। हुण इहदियां जिहड़ियां दो टाइप्स ने, फस्ट इज़ सैल्फ जनरेटिंग ट्रांसड्यूसर, सैकेंड इज़ पैसिव ट्रांसड्यूसर। जिहड़ी सैल्फ जनरेटिंग आ इहदे केस आपां कोई भी एक्सटर्नल पावर सप्लाई यूज़ नहीं करांगे तां इह सैल्फ जनरेटिंग हो गया। बट सैकेंड दे केस पैसिव आ, पैसिव दे केस की एक्सटर्नल सप्लाई की आपां पावर दी यूज़ करांगे। फस्ट आ गया सैल्फ जनरेटिंग ट्रांसड्यूसर। जिहड़ा सैल्फ जनरेटिंग ट्रांसड्यूसर आ इहदे केस अपने को दो टाइप्स आ गई, इलैक्ट्रोमैगनैटिक ट्रांसड्यूसर ते इलैक्ट्रोडायनेमिक ट्रांसड्यूसर। हुण इलैक्ट्रोमैगनैटिक, इलैक्ट्रो का मतलब की है करंट, तो दूसरा मैगनैटिक मतलब जिहड़ा करंट प्रोड्यूस हो रहा मैगनेट वाली साइड तो हो रहा। हुण मैगनेट कित्थे अपने को आ मैगनेट आ ते उहदे नाल आ कोइल लाती, ठीक है। इलैक्ट्रो मैगनेट ट्रांसड्यूसर, जिहड़ी मैगनेट आ उहदे थ्रू की करंट प्रोड्यूस होकर वोल्टेज आ रही है। हुण जिहड़ी वोल्टेज आ रही है ये किहदे कोरसपोंडिंग होगी, इस फेरोमैगनैटिक जो मटीरियल है इहदी पोजीशन के हिसाब नाल। क्यों आपां सारिਆਂ ਨੂੰ पता इन द केस ऑफ परमानेंट मैगनेट जिहड़ियां मैगनैटिक लाइनस फ्लो करदियां ने फ्रॉम नॉर्थ पोल टू साउथ पोल। इस तरह की मैगनैटिक लाइनस फ्लो करदियां ने। ਜਦੋਂ इस तरह का मैगनैटिक फील्ड परमानेंट मैगनेट ने प्रोड्यूस कर लेना, जो फेरोमैगनेट ਉਹਦੇ पोजीशन ਦੇ ਵਿੱਚ ਆਊਗਾ, ਲਾਈਨਸ ਦੇ ਵਿੱਚ ਆਊਗਾ, ਤਾਂ ਕਿ ਇਹ ਜਿਹੜਾ ਫੀਲਡ ਆ ਉਹ फैलूगा, इस तरह फैलूगा उपर नीचे। जो ये फैलूगा तो वो नाल की वोल्टेज इनक्रीज होगी, बट जो कि फेरोमैगनेट दूर चले जाऊगा लाइनस का जोड़ा फ्लो आ वो घट जाऊगा, वो नाल की वोल्टेज की वैल्यू नीचे आ जाऊगी। ये वर्किंग प्रिंसीपल है इलैक्ट्रोमैगनैटिक ट्रांसड्यूसर का। हुण सैकेंड जोड़ा है अपने को इलैक्ट्रोडायनेमिक ट्रांसड्यूसर। जोड़ा इलैक्ट्रोडायनेमिक ट्रांसड्यूसर आ ये केस की अपने को जोड़े करंट प्रोड्यूस हो रहा वो की आ डायनमिक आ, मतलब की आ जोड़ा करंट प्रोड्यूस हो रहा जोड़ा आपां इलैक्ट्रो फेरोमैगनेट वाला पार्ट सी मूविंग पार्ट सी उहदे नाल की आ कॉइल्स लगा के उहदे चों करंट प्रोड्यूस कर रहे हैं, ठीक है। हुण इहदे केस च की अपने को एज इट इज़ सेम प्रिंसीपल आ, एक नॉर्थ पोल आ एक साउथ पोल आ। एज इट इज़ की अपने को लाइनस फ्लो कर रही ने नॉर्थ पोल टू साउथ पोल, ठीक है। जो ये फेरोमैगनैटिक मटीरियल जिहदे नाल की आपां वोल्टेज वाली कॉइल लाई हुई आ, जो कि यह लाइनस नूं ब्रेक करूगा, लाइनस दे विचों पास करूगा, उहदे नाल की है इत्थे वोल्टेज इंड्यूस होगी। जो अपना
ਪਾਰਟ ਕੀ ਆ ਲਾਈਨਸ ਤੋਂ ਦੂਰ ਚਲੇ ਜਾਊਗਾ ਤਾਂ ਵੋਲਟੇਜ ਦੀ ਵੈਲਿਊ ਘੱਟ ਜੂਗੀ। ਜਦੋਂ ਕੀ ਆ ਪਾਰਟ ਕੀ ਆ ਮੈਗਨੈਟਿਕ ਲਾਈਨਸ ਦੇ ਵਿੱਚ ਫਲੋ ਕਰੂਗਾ ਉਹਦੇ ਨਾਲ ਕੀ ਆ ਵੋਲਟੇਜ ਦੀ ਵੈਲਿਊ ਵਧੂਗੀ। ਠੀਕ ਹੈ, ਇਹ ਜਿਹੜਾ ਸੀਗਾ ਵਰਕਿੰਗ ਪ੍ਰਿੰਸੀਪਲ ਸੀਗਾ ਇਲੈਕਟ੍ਰੋ ਡਾਇਨਾਮਿਕ ਟਰਾਂਸਡਿਊਸਰ। ਨੈਕਸਟ ਇਹ ਸੀਗਾ ਸੈਲਫ ਜਨਰੇਟਿੰਗ ਟਾਈਪ। ਨੈਕਸਟ ਹੈਗਾ ਪੈਸਿਵ ਟਾਈਪ। ਜਿਹੜਾ ਪੈਸਿਵ ਟਾਈਪ ਆ ਇਹਦੇ ਵਿੱਚ ਕੀ ਆਪਾਂ ਵਰਕਿੰਗ ਪ੍ਰਿੰਸੀਪਲ ਸੇਮ ਆ ਬਟ ਕੀ ਆ ਐਕਸਟਰਨਲ ਇਲੈਕਟ੍ਰੀਕਲ ਸਪਲਾਈ ਨੂੰ ਯੂਜ਼ ਕਰਾਂਗੇ। ਹੁਣ ਇਹਦੇ ਕੇਸ 'ਚ ਕੀ ਆਪਾਂ ਐਕਸਾਈਟਰ ਲਾ ਲਿਆ। ਐਕਸਾਈਟਰ ਕੀ ਆ ਇੱਕ AC ਪਾਵਰ ਸਪਲਾਈ ਦਾ ਸੋਰਸ ਆ। ਠੀਕ ਹੈ, ਅਤੇ ਇਸ ਕੇਸ ਦੇ ਵਿੱਚ ਕੀ ਹੈ ਐਕਸਾਈਟਰ ਆ। ਐਕਸਾਈਟਰ ਇਲੈਕਟ੍ਰੀਸਿਟੀ ਫਲੋ ਕਰਾਊਗਾ ਕੋਇਲ ਦੇ ਵਿੱਚ। ਕੋਇਲ ਨੇ ਕੀ ਕਰਨਾ ਆ ਕੋਰ ਆਪਣੇ ਕੋਲ ਜਿਹੜਾ ਪੋਰਸ਼ਨ ਆ C ਟਾਈਪ ਇਹਦੇ ਵਿੱਚ ਕੀ ਆ ਫਲਕਸ ਇੰਡਿਊਸ ਹੋਊਗੀ। ਉਹ ਫਲਕਸ ਨੂੰ ਕੌਣ ਕੱਟ ਕਰੂਗਾ? ਇਹ ਆਰਮੇਚਰ ਕੱਟ ਕਰੂਗਾ। ਜਦੋਂ ਆਰਮੇਚਰ ਉਹਨੂੰ ਕੱਟ ਕਰੂਗਾ ਫੀਲਡ ਕੀ ਆ ਕਦੇ ਫੈਲੂਗਾ ਮੈਗਨੈਟਿਕ ਲਾਈਨਸ ਦਾ, ਕਦੇ ਕੋਲੈਪਸ ਹੋਊਗਾ। ਉਹਦੇ ਨਾਲ ਕੀ ਆ ਮੀਟਰ ਦੇ ਉੱਤੇ ਰੀਡਿੰਗ ਵੇਰੀ ਕਰੂਗੀ। ਠੀਕ ਹੈ, ਅਤੇ ਇਹ ਸੀਗਾ ਸਾਡਾ ਵੇਰੀਏਬਲ ਰਿਲਕਟੈਂਸ ਟਰਾਂਸਡਿਊਸਰ। ਅਤੇ ਨੈਕਸਟ ਆ ਗਿਆ ਇਹਦੇ ਵਿੱਚ ਕੀ ਆਪਾਂ ਐਕਸਟਰਨਲ ਪਾਵਰ ਸਪਲਾਈ ਯੂਜ਼ ਕੀਤੀ ਆ। ਨੈਕਸਟ ਆ ਗਿਆ LVDT। ਇਹ ਕਾਫੀ ਇੰਪੋਰਟੈਂਟ ਆ ਫਰੋਮ ਫਾਈਨਲ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਇਹਦੇ ਵਿੱਚ ਕੀ ਆਪਣੇ ਕੋਲ ਇੱਕ ਪ੍ਰਾਇਮਰੀ ਕੋਇਲ ਆ ਅਤੇ 2 ਸੈਕੰਡਰੀ ਕੋਇਲਸ ਨੇ। ਠੀਕ ਹੈ, ਜਿਹੜੀਆਂ ਸੈਕੰਡਰੀ ਕੋਇਲਸ ਨੇ ਉਹਨਾਂ ਦੀਆਂ ਨੰਬਰ ਆਫ ਟਰਨਸ ਜਿਹੜੀਆਂ ਨੇ ਉਹ ਇਕੁਅਲ ਨੇ। ਜੇ ਇਹਦੀਆਂ ਫਸਟ ਦੀਆਂ 10 ਨੇ ਤਾਂ ਸੈਕਿੰਡ ਦੀਆਂ ਵੀ 10 ਹੀ ਨੇ। ਦੋਨਾਂ ਦੀਆਂ ਇਕੁਅਲ ਨੰਬਰ ਆਫ ਕੋਇਲਸ ਨੇ। ਹੁਣ ਜਿਹੜੀ ਪ੍ਰਾਇਮਰੀ ਕੋਇਲ ਆ ਇਹਨੂੰ ਕੀ ਆਪਾਂ AC ਪਾਵਰ ਸਪਲਾਈ ਦਿੱਤੀ। ਠੀਕ ਹੈ, ਜਦੋਂ ਇਹ ਜਿਵੇਂ ਆਪਣੇ ਕੋਲ ਟਰਾਂਸਫਾਰਮਰ ਦੇ ਕੇਸ 'ਚ ਹੁੰਦਾ ਪ੍ਰਾਇਮਰੀ ਕੋਇਲ ਨੂੰ ਪਾਵਰ ਸਪਲਾਈ ਦਿੰਦੇ ਆ। ਕੋਰ ਦੇ ਵਿੱਚ ਕੀ ਆ ਮੈਗਨੈਟਿਕ ਫਲਕਸ ਇੰਡਿਊਸ ਹੁੰਦਾ। ਉਹਦੇ ਨਾਲ ਕੀ ਆ ਸੈਕੰਡਰੀ ਕੋਇਲ ਦੇ ਵਿੱਚ ਆਪਣੇ ਕੋਲ EMF ਜਨਰੇਟ ਹੁੰਦੀ ਆ, ਵੋਲਟੇਜ ਜਨਰੇਟ ਹੁੰਦੀ ਆ। ਉੱਥੋਂ ਕੀ ਆਪਾਂ ਪਾਵਰ ਸਪਲਾਈ ਨੂੰ ਸਟੈਪ ਅਪ ਜਾਂ ਸਟੈਪ ਡਾਊਨ ਕਰਦੇ ਹਾਂ। ਐਜ਼ ਇਟ ਇਜ਼ ਇੱਥੇ ਆ ਜਿਹੜੀ ਪ੍ਰਾਇਮਰੀ ਕੋਇਲ ਆ ਇਹਨੂੰ ਪਾਵਰ ਸਪਲਾਈ ਦਿੱਤੀ। ਇਹਨੇ ਕੀ ਆ ਫਲਕਸ ਜਿਹੜੀ ਸਾਡੀ ਕੋਰ ਆ ਜਿਹੜਾ ਸੈਂਟਰਲ ਪੋਰਸ਼ਨ ਆ ਕੋਰ ਆ ਇਹਦੇ ਵਿੱਚ ਕੀ ਆ ਮੈਗਨੈਟਿਕ ਫਲਕਸ ਜਨਰੇਟ ਕਰਨੀ ਆ। ਹੁਣ ਜਿਹੜਾ ਸੈਕੰਡਰੀ ਕੋਇਲ S1 ਜਾਂ S2 ਦੇ ਵਿੱਚ EMF ਜਨਰੇਟ ਹੋਣੀ ਆ E1 ਜਾਂ E2 ਇਹ ਡਿਪੈਂਡ ਕਰੂਗਾ ਪੋਜੀਸ਼ਨ ਆਫ ਦਿਸ ਕੋਰ। ਜੇ ਹੁਣ ਆਪਣੇ ਕੋਲ ਕੋਰ ਦੀ ਪੋਜੀਸ਼ਨ ਉੱਤੇ ਵਾਲੀ ਸਾਈਡ 'ਤੇ ਆ, ਮੰਨ ਲਓ ਇਹ ਸ਼ੇਪਰ ਮਸ਼ੀਨ ਦੀ ਰੈਮ ਆ ਜਿਹੜੀ ਕੀ ਆ ਇਸ ਤਰ੍ਹਾਂ ਮੂਵ ਕਰ ਰਹੀ ਆ। ਇੱਕ ਸਾਈਡ 'ਤੇ ਕੀ ਆਪਾਂ ਪ੍ਰਾਇਮਰੀ ਕੋਇਲ ਲਾਈ ਆ, ਦੂਸਰੀ ਸਾਈਡ 'ਤੇ ਕੀ ਆ ਸੈਕੰਡਰੀ ਕੋਇਲਸ ਲਾਈਆਂ ਨੇ। ਠੀਕ ਹੈ, ਹੁਣ ਲੈਟ ਬੀ ਸਪੋਜ਼ ਜਿਹੜਾ ਸਾਡਾ ਕੋਰ ਵਾਲਾ ਪੋਰਸ਼ਨ ਆ ਸ਼ੇਪਰ ਦੀ ਰੈਮ ਆ ਉਹ ਕੀ ਆ ਪਿਛਲੀ ਐਕਸਟ੍ਰੀਮ ਪੋਜੀਸ਼ਨ 'ਤੇ ਆ ਗਈ, ਆਹ ਪੋਜੀਸ਼ਨ 'ਤੇ ਆ ਗਈ। ਤਾਂ ਹੁਣ ਕੀ ਹੋਊਗਾ ਜਦੋਂ ਪ੍ਰਾਇਮਰੀ ਕੋਇਲ ਨੇ ਇਹਦੇ ਵਿੱਚ ਫਲਕਸ ਇੰਡਿਊਸ ਕਰਨੀ ਆ ਉਹ ਫਲਕਸ ਦਾ ਇੰਪੈਕਟ ਇਹ 'ਤੇ ਘੱਟ ਹੋਊਗਾ ਅਤੇ ਇਹ 'ਤੇ ਜ਼ਿਆਦਾ ਹੋਊਗਾ। ਉਹਦੇ ਨਾਲ ਕੀ ਆ E1 ਦੀ ਵੈਲਿਊ ਜ਼ਿਆਦਾ ਹੋਊਗੀ, E2 ਦੀ ਵੈਲਿਊ ਘੱਟ ਹੋਊਗੀ। ਤਾਂ ਜਿਹੜੀ ਆਪਣੇ ਕੋਲ ਆਊਟਪੁੱਟ 'ਤੇ ਜਿਹੜੀ ਵੋਲਟੇਜ ਆਊਗੀ E1 - E2 ਉਹ ਕੀ ਆ ਪੋਜ਼ੀਟਿਵ ਆਊਗੀ। ਠੀਕ ਹੈ, ਬਟ ਸੈਕੰਡਲੀ ਜਦੋਂ ਹੁਣ ਮੰਨ ਲਓ ਰੈਮ ਕਟਿੰਗ ਦੇ ਲਈ ਜਾ ਰਹੀ ਆ, ਹੁਣ ਕਟਿੰਗ ਦੇ ਲਈ ਐਕਸਟ੍ਰੀਮ 'ਤੇ ਲਾਸਟ 'ਤੇ ਪਹੁੰਚ ਗਈ। ਜਦੋਂ ਇਸ ਪੋਜੀਸ਼ਨ 'ਤੇ ਪਹੁੰਚ ਗਈ ਰੈਮ ਤਾਂ ਉਹਦੇ ਨਾਲ ਕੀ ਆ ਆਪਣੇ ਕੋਲ E1 ਦੀ ਵੈਲਿਊ ਉਹ ਘੱਟ ਹੋ ਜੂਗੀ ਅਤੇ E2 ਦੀ ਵੈਲਿਊ ਜ਼ਿਆਦਾ ਹੋ ਜੂਗੀ। E2 ਦੀ ਵੈਲਿਊ ਜ਼ਿਆਦਾ ਹੋ ਜੂਗੀ ਮਤਲਬ ਹੁਣ ਵੈਲਿਊ ਨੈਗੇਟਿਵ ਆਊਗੀ। ਇਸ ਪੋਜ਼ੀਟਿਵ ਅਤੇ ਨੈਗੇਟਿਵ ਤੋਂ ਹੀ ਆਪਾਂ ਟਰੈਕ ਕਰ ਲਾਂਗੇ ਪੋਜੀਸ਼ਨ ਆਫ ਰੈਮ। ਠੀਕ ਹੈ, ਇਹ ਸੀਗਾ ਸਾਡਾ ਪੈਸਿਵ ਟਰਾਂਸਡਿਊਸਰ। ਨੈਕਸਟ ਆ ਗਿਆ ਵੇਰੀਏਬਲ ਕਪੈਸਿਟੈਂਸ ਟਰਾਂਸਡਿਊਸਰ। ਹੁਣ ਇਹਦੇ ਕੇਸ 'ਚ ਕੀ ਆਪਣੇ ਕੋਲ 2 ਪਲੇਟਸ ਹੁੰਦੀਆਂ ਨੇ। ਜਿਹੜੀਆਂ ਦੋਨੇ ਪਲੇਟਸ ਨੇ ਦੋਨਾਂ ਨੂੰ ਪਾਵਰ ਦੀ ਸਪਲਾਈ ਦਿੱਤੀ ਜਾਂਦੀ ਆ। ਠੀਕ ਹੈ, ਅਤੇ ਇਹਦੇ ਕੇਸ ਦੇ ਵਿੱਚ ਡਿਪੈਂਡ ਕੀ ਕਰਦਾ ਵਾ ਜਿਵੇਂ ਜਿਵੇਂ ਇੱਕ ਪਲੇਟ ਫਿਕਸ ਆ ਇੱਕ ਪਲੇਟ ਮੂਵਿੰਗ ਆ। ਜਿਸ ਤਰ੍ਹਾਂ ਪਲੇਟਸ ਦੇ ਵਿੱਚ ਡਿਸਟੈਂਸ ਘਟੂਗਾ ਉਹਦੇ ਨਾਲ ਕੀ ਆ ਕਪੈਸਿਟੈਂਸ ਵੱਧਦੀ ਆ। ਜਿਸ ਹਿਸਾਬ ਨਾਲ ਕੀ ਆ ਡਿਸਟੈਂਸ ਵੱਧਦਾ ਜਾਊਗਾ ਕਪੈਸਿਟੈਂਸ ਕੀ ਆ ਘਟਦੀ ਜਾਊਗੀ। ਜਾਂ ਫਿਰ ਇਹ ਡਿਪੈਂਡ ਕਰਦੀ ਹੁੰਦੀ ਆ ਕ੍ਰੋਸ ਸੈਕਸ਼ਨਲ ਏਰੀਆ ਆਫ ਪਲੇਟਸ। ਹੁਣ ਇਸ ਤਰ੍ਹਾਂ ਪਲੇਟ ਦਾ ਕਿੰਨਾ ਕ੍ਰੋਸ ਸੈਕਸ਼ਨ ਏਰੀਆ, ਜਿੰਨਾ ਏਰੀਆ ਜ਼ਿਆਦਾ ਹੋਊਗਾ ਉਨੀ ਕਪੈਸਿਟੈਂਸ ਜ਼ਿਆਦਾ ਹੋਊਗੀ। ਠੀਕ ਹੈ, ਜਿੰਨਾ ਏਰੀਆ ਘੱਟ ਹੋਊਗਾ ਉਨੀ ਹੀ ਕਪੈਸਿਟੈਂਸ ਘੱਟ ਹੋਊਗੀ। ਜਾਂ ਫਿਰ ਇਹਦੇ ਵਿੱਚ ਇੱਕ ਆਪਾਂ ਮਟੀਰੀਅਲ ਯੂਜ਼ ਕਰ ਦਿੰਦੇ ਹਾਂ ਡਾਇਲੈਕਟ੍ਰਿਕ ਮਟੀਰੀਅਲ। ਜਿਹੜੀਆਂ ਦੋਨੇ ਪਲੇਟਸ ਨੇ ਉਹਦੇ ਵਿੱਚ ਮਟੀਰੀਅਲ ਯੂਜ਼ ਕੀਤਾ ਜਾਂਦਾ ਉਹਨੂੰ ਕਹਿੰਦੇ ਆ ਡਾਇਲੈਕਟ੍ਰਿਕ ਮਟੀਰੀਅਲ। ਜਿਹੜਾ ਇਹ ਡਾਇਲੈਕਟ੍ਰਿਕ ਮਟੀਰੀਅਲ ਆ ਇਹਦੀ ਇਹ ਪ੍ਰੋਪਰਟੀ ਆ ਕਿ ਜਦੋਂ ਆਪਣੇ ਕੋਲੇ ਕਰੰਟ ਦੀ ਵੈਲਿਊ ਘੱਟ ਆ, ਠੀਕ ਹੈ, ਤਾਂ ਇਹਨੇ ਕੀ ਆ ਇਨਸੂਲੇਟਰ ਐਕਟ ਕਰਨਾ। ਬਟ ਜਦੋਂ ਕਰੰਟ ਦੀ ਵੈਲਿਊ ਇਨਕਰੀਜ਼ ਹੋਊਗੀ ਇਹਨੇ ਇਨਸੂਲੇਟਰ ਤੋਂ ਚੇਂਜ ਹੋ ਕੇ ਕੰਡਕਟਰ ਐਕਟ ਕਰਨਾ। ਠੀਕ ਹੈ, ਇਹ ਡਾਇਲੈਕਟ੍ਰਿਕ ਮਟੀਰੀਅਲ ਦੀ ਪ੍ਰੋਪਰਟੀ ਹੁੰਦੀ ਆ। ਜਦੋਂ ਕਰੰਟ ਦੀ ਵੈਲਿਊ ਘੱਟ ਆ ਤਾਂ ਇਹਨੇ ਇਨਸੂਲੇਟਰ ਐਕਟ ਕਰਨਾ, ਪਰ ਜਦੋਂ ਕਰੰਟ ਦੀ ਵੈਲਿਊ ਆਪਾਂ ਇਨਕਰੀਜ਼ ਕਰ ਦਿੰਦੇ ਹਾਂ ਇਹਨੇ ਕੀ ਆ ਕੰਡਕਟਰ ਬਣ ਜਾਣਾ।
ਤੇ ਇਹ ਸੀਗਾ ਆਪਣਾ ਵੇਰੀਏਬਲ ਕਪੈਸਿਟੈਂਸ ਟਰਾਂਸਡਿਊਸਰ। ਇੰਨੀ ਕੁ ਇੰਟਰੋਡਕਸ਼ਨ, ਇੰਨੀ ਕੁ ਡਿਸਕ੍ਰਿਪਸ਼ਨ ਤੇ ਇਸ ਤਰ੍ਹਾਂ ਦੀਆਂ ਡਾਇਗਰਾਮਸ ਤੁਸੀਂ ਫਾਈਨਲ ਐਗਜ਼ਾਮ ਦੇ ਵਿੱਚ ਜਦੋਂ ਵੀ ਇਹ ਆਊਗਾ ਉੱਥੇ ਬਣਾ ਕੇ ਆਉਣੀਆਂ ਨੇ। ਠੀਕ ਹੈ, ਇਹ ਸੀਗੇ ਤੁਹਾਡੇ ਮੇਜ਼ਰਮੈਂਟ ਆਫ ਡਿਸਪਲੇਸਮੈਂਟ, ਪਹਿਲਾ ਟੌਪਿਕ 5th ਚੈਪਟਰ ਦਾ ਇੰਸਟਰੂਮੈਂਟੇਸ਼ਨ ਦਾ। ਥੈਂਕ ਯੂ।